ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬਜ਼ੁਰਗ ਜੋੜੇ ਦਾ ਕਤਲ, 3 ਪੰਜਾਬੀ ਗ੍ਰਿਫਤਾਰ। ਹੁਣ ਪੁਲਿਸ ਨੇ ਜਾਰੀ ਕੀਤੇ ਨਾਮ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਜਾਣਕਾਰੀ, ਉਮੀਦਵਾਰਾਂ ਨੂੰ ਮਿਲੇ ਸੱਦੇ। ਧੋਖਾਧੜੀ ਦੇ ਮਾਮਲੇ ਵਿੱਚ ਭਾਰਤੀ ਕਾਬੂ, $1 ਮਿਲੀਅਨ ਦੀ ਮਾਰੀ ਠੱਗੀ। ਔਰਤ ਨੂੰ ਲੱਗੀ ਵਾਹਨ ਦੀ ਟੱਕਰ, ਔਰਤ ਜ਼ਖਮੀ, ਟੱਕਰ ਮਾਰਨ ਵਾਲਾ ਹੋਇਆ ਫਰਾਰ। ਕੈਨੇਡਾ ਤੋਂ ਪੰਜਾਬੀ ਭਾਈਚਾਰੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ਵਿੱਚ 3 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ 3 ਪੰਜਾਬੀਆਂ ਖਿਲਾਫ ਕਾਰਵਾਈ ਕਰਦਿਆਂ ਚਾਰਜਸ ਵੀ ਲਗਾਏ ਜਾ ਚੁੱਕੇ ਨੇ, ਜਿਨ੍ਹਾਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕਰ ਦਿੱਤੀ ਗਈ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਬਜ਼ੁਰਗ ਜੋੜੇ ਦੇ ਕਤਲ ਵਿੱਚ 3 ਪੰਜਾਬੀ ਨੌਜਵਾਨ ਗ੍ਰਿਫਤਾਰ ਕੀਤੇ ਗਏ। ਇਹ ਘਟਨਾ ਐਪਸਫੋਰਡ ਦੇ ਨਾਲ ਜੁੜੀ ਹੋਈ ਹੈ, ਜਿੱਥੇ ਦੱਸਿਆ ਗਿਆ ਕਿ ਬਜ਼ੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਹੁਣ 3 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਮਈ ਸਾਲ 2022 ਵਿੱਚ ਐਪਸਫੋਰਡ ਦੇ ਇੱਕ ਬਜ਼ੁਰਗ ਜੋੜੇ ਦਾ ਕਤਲ ਕੀਤਾ ਗਿਆ, ਜਿਸ ਦੇ ਦੋਸ਼ ਹੇਠ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕਾਰਵਾਈ ਕਰਦਿਆਂ ਸਰੀ ਦੇ 3 ਪੰਜਾਬੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਇਸ ਦੇ ਸੰਬੰਧ ਵਿੱਚ ਆਈਹਿਟ ਵੱਲੋਂ ਸਰੀ ਦੇ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਗਏ, ਉਹਨਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਉਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਹਨ: ਗੁਰਕਰਨ ਸਿੰਘ ਉਮਰ 22 ਸਾਲ, ਅਭਜੀਤ ਸਿੰਘ ਉਮਰ 20 ਸਾਲ, ਖੁਸ਼ਵੀਰ ਤੂਰ ਉਮਰ 20 ਸਾਲ। ਇਨ੍ਹਾਂ 3 ਜਾਣਿਆਂ ਨੂੰ ਆਰਨੋਲਡ ਡੀ ਯੋਂਗ ਅਤੇ ਉਹਨਾਂ ਦੀ ਪਤਨੀ ਜੋਐਨ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਉੱਪਰ ਕਾਰਵਾਈ ਕਰਦਿਆਂ ਚਾਰਜਸ ਵੀ ਲਗਾਏ ਗਏ ਹਨ। ਦੱਸ ਦਈਏ ਕਿ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ 16 ਦਸੰਬਰ ਵਾਲੇ ਦਿਨ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ। ਇੱਥੇ ਵੀ ਦੱਸਣਯੋਗ ਹੈ ਕਿ 9 ਮਈ ਨੂੰ 77 ਸਾਲਾ ਆਰਨੋਲਡ ਅਤੇ 76 ਸਾਲਾ ਉਸ ਦੀ ਪਤਨੀ ਦਾ ਕਤਲ ਕੀਤਾ ਗਿਆ, ਜੋ ਕਿ ਮ੍ਰਿਤਕ ਹਾਲਤ ਦੇ ਵਿੱਚ ਘਰ ਚੋਂ ਮਿਲੇ ਸਨ। ਬਜ਼ੁਰਗ ਜੋੜੇ ਬਾਰੇ ਦੱਸਿਆ ਗਿਆ ਕਿ ਉਹ ਇੱਕ ਲੋਕਲ ਟਰੱਕਿੰਗ ਕੰਪਨੀ ਦੇ ਫਾਊਂਡਰ ਸਨ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ 4 ਸੂਬਿਆਂ ਵੱਲੋਂ ਜੋ PNP ਡਰਾਅ ਕੱਢੇ ਗਏ, ਉਸ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਅਲੱਗ-ਅਲੱਗ ਪ੍ਰੋਵਿੰਸਸ ਤੋਂ PNP ਡਰਾਅ ਬਾਰੇ ਕੀ ਹੈ ਜਾਣਕਾਰੀ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਇਨ੍ਹਾਂ ਸੂਬਿਆਂ ਵੱਲੋਂ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ontario, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਤੇ ਸਸਕੈਚੁਆਨ ਵੱਲੋਂ PNP ਡਰਾਅ ਦੇ ਰਾਹੀਂ ਸੱਦੇ ਦਿੱਤੇ ਗਏ ਨੇ। ਇਨ੍ਹਾਂ ਵੱਖ-ਵੱਖ ਸੂਬਿਆਂ ਵੱਲੋਂ ਹੁਣ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਸਾਰੀ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ 9 ਦਸੰਬਰ ਤੋਂ 16 ਦਸੰਬਰ ਵਿਚਕਾਰ ਜੋ PNP ਡਰਾਅ ਕੱਢੇ ਗਏ, ਉਸ ਦੇ ਨਤੀਜੇ ਕੀ ਰਹੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ontario ਪ੍ਰੋਵਿੰਸ ਦੀ। ਇੱਥੇ 13 ਦਸੰਬਰ ਨੂੰ ontario ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 160 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਫ੍ਰੈਂਚ ਸਪੀਕਿੰਗ ਸਕਿਲਡ ਵਰਕਰ ਸਟ੍ਰੀਮ ਅਧੀਨ ਜਾਰੀ ਕੀਤੇ ਗਏ। ਉਮੀਦਵਾਰਾਂ ਕੋਲ 341 ਤੋਂ 490 ਦੇ ਵਿਚਕਾਰ ਸਕੋਰਸ ਹੋਣੇ ਜ਼ਰੂਰੀ ਰਹੇ। ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਸਤੇ ਐਲੀਜੀਬਲ ਹੋਣ। ਇਸ ਤੋਂ ਇਲਾਵਾ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ, ਜਿਨ੍ਹਾਂ ਵੱਲੋਂ 13 ਦਸੰਬਰ ਨੂੰ ਜੋ PNP ਡਰਾਅ ਕੱਢਿਆ ਗਿਆ, ਉਸ ਵਿੱਚ 212 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਹਨ। ਜਨਰਲ ਡਰਾਅ ਦੇ ਰਾਹੀਂ 180 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ, ਜਿਹੜੇ ਇਨਵੀਟੇਸ਼ਨ ਐਂਟਰੀ ਲੈਵਲ ਤੇ ਸੈਮੀ ਸਕਿਲਡ ਕੈਂਡੀਡੇਟਸ ਨੂੰ ਦਿੱਤੇ ਗਏ। ਉਸ ਵਾਸਤੇ ਉਹਨਾਂ ਨੂੰ 80 ਤੋਂ 104 ਦੇ ਵਿਚਕਾਰ ਸਕੋਰ ਦੀ ਜ਼ਰੂਰਤ ਰਹੀ। ਇਸ ਤੋਂ ਇਲਾਵਾ 19 अर्ਲੀ ਚਾਈਲਡਹੁੱਡ ਐਜੂਕੇਟਰਸ ਤੇ ਅਸਿਸਟੈਂਟਸ ਨੂੰ, ਜਿਸ ਵਾਸਤੇ 60 ਪੁਆਇੰਟਸ ਦੀ ਜ਼ਰੂਰਤ ਸੀ। 13 ਹੈਲਥ ਕੇਅਰ ਵਰਕਰਸ ਨੂੰ, ਜਿਹੜੇ ਕਿ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਦੇ ਨਾਲ ਜੁੜੇ ਹੋਏ ਸਨ, ਉਹਨਾਂ ਨੂੰ 60 ਪੁਆਇੰਟਸ ਦੀ ਜ਼ਰੂਰਤ ਰਹੀ। ਬਾਕੀ ਪ੍ਰਾਇਓਰਿਟੀ ਆਕੂਪੇਸ਼ਨ ਦੇ ਵਿੱਚ 60 ਪੁਆਇੰਟਸ ਦੀ ਜ਼ਰੂਰਤ ਰਹੀ ਤੇ ਇਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਸਸਕੈਚੁਆਨ ਵੱਲੋਂ 15 ਦਸੰਬਰ ਨੂੰ ਇਸ ਮਹੀਨੇ ਦਾ ਪਹਿਲਾ ਡਰਾਅ ਕੱਢਿਆ ਗਿਆ, ਜਿੱਥੇ 348 ਉਮੀਦਵਾਰ ਜਿਹੜੇ ਕਿ ਐਕਸਪ੍ਰੈਸ ਐਂਟਰੀ ਸਟ੍ਰੀਮ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਸੱਦੇ ਦਿੱਤੇ ਗਏ। ਇਸ ਤੋਂ ਇਲਾਵਾ 285 ਆਕੂਪੇਸ਼ਨ ਇਨ ਡਿਮਾਂਡ ਸਟ੍ਰੀਮ ਅਧੀਨ ਦਿੱਤੇ ਗਏ ਨੇ। ਮੈਨੀਟੋਬਾ ਸੂਬੇ ਵੱਲੋਂ ਜੋ ਡਰਾਅ ਕੱਢਿਆ ਗਿਆ, ਉਸ ਵਿੱਚ 1030 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਸੀ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਕੁਝ ਪਾਰਟੀਆਂ ਵੱਲੋਂ ਮਿਲ ਕੇ ਧੋਖਾਧੜੀ ਕੀਤੀ ਜਾ ਰਹੀ ਸੀ। ਇੱਕ ਸਕੈਮ ਦਾ ਪਰਦਾਫਾਸ਼ ਪੁਲਿਸ ਵੱਲੋਂ ਕੀਤਾ ਗਿਆ। ਪੀਲ ਪੁਲਿਸ ਦਾ ਸਹਿਯੋਗ ਇਸ ਵਿੱਚ ਕਈ ਹੋਰ ਅਧਿਕਾਰੀਆਂ ਵੱਲੋਂ ਵੀ ਦਿੱਤਾ ਗਿਆ। ਕਾਰਵਾਈ ਕਰਦਿਆਂ ਭਾਰਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। 6 ਜਣੇ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਦੱਸੀ ਜਾ ਰਹੀ ਹੈ, ਜਿਨ੍ਹਾਂ ਵੱਲੋਂ $1 ਮਿਲੀਅਨ ਦੀ ਠੱਗੀ ਮਾਰੀ ਗਈ। ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ, ਜਿੱਥੇ ਰਾਸ਼ਟਰੀ ਸਾਈਬਰ ਫਰਾਡ ਗਿਰੋਹ ਦਾ ਪਰਦਾਫਾਸ਼ ਹੋਇਆ। ਕਾਰਵਾਈ ਕਰਦਿਆਂ 6 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹਨਾਂ ਵਿੱਚ ਭਾਰਤੀ ਅਤੇ ਪੰਜਾਬੀ ਮੂਲ ਦੇ ਕੁਝ ਲੋਕ ਸ਼ਾਮਿਲ ਹਨ।
ਪੀਲ ਰੀਜਨਲ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਵੱਡੀ ਕਾਰਵਾਈ ਕਰਦਿਆਂ ਫਰਾਡ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੀਲ ਪੁਲਿਸ ਦਾ ਸਾਥ ਇਸ ਵਿੱਚ ਹੋਰ ਵੀ ਕਈ ਅਧਿਕਾਰੀਆਂ ਵੱਲੋਂ ਦਿੱਤਾ ਗਿਆ। ਆਫੀਸਰਸ ਦਾ ਕਹਿਣਾ ਹੈ ਕਿ $1 ਮਿਲੀਅਨ ਦੀ ਧੋਖਾਧੜੀ ਇਨ੍ਹਾਂ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ, ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਚਾਰਜ ਕੀਤਾ ਗਿਆ। ਇਸ ਮਾਮਲੇ ਵਿੱਚ ਪੀਲ ਪੁਲਿਸ ਵੱਲੋਂ 14 ਦਸੰਬਰ ਵਾਲੇ ਦਿਨ ਬ੍ਰੈਂਪਟਨ ਨਾਲ ਸੰਬੰਧਿਤ ਜਯੰਤ ਭਾਟੀਆ ਉਮਰ 33 ਸਾਲ ਨੂੰ ਗ੍ਰਿਫਤਾਰ ਕੀਤਾ ਤੇ ਚਾਰਜ ਕੀਤਾ। ਫਿਰ ਇਸ ਮਾਮਲੇ ਵਿੱਚ 5 ਹੋਰ ਜਾਣੇ ਗ੍ਰਿਫਤਾਰ ਕਰਦਿਆਂ ਚਾਰਜ ਕੀਤੇ ਗਏ, ਜਿਨ੍ਹਾਂ ਦੇ ਨਾਮ ਗਗਨ ਲਾਂਬਾ ਉਮਰ 41 ਸਾਲ, ਹਰਸ਼ਦ ਮਦਾਨ ਉਮਰ 34 ਸਾਲ, ਵਿਕਾਸ ਗੁਪਤਾ ਉਮਰ 33 ਸਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਅਮਰੀਕਾ ਦੀ FBI ਵੱਲੋਂ ਕੁਲਵਿੰਦਰ ਸਿੰਘ ਉਮਰ 34 ਸਾਲ, ਮੇਘਨਾ ਕੁਮਾਰ ਉਮਰ 50 ਸਾਲ ਇਹਨਾਂ ਨੂੰ ਗ੍ਰਿਫਤਾਰ ਕਰਦਿਆਂ ਚਾਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਹਿੱਟ ਐਂਡ ਰਨ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰਾਹਗੀਰ ਔਰਤ ਨੂੰ ਵਾਹਨ ਦੀ ਟੱਕਰ ਲੱਗੀ। ਵਾਹਨ ਦੀ ਟੱਕਰ ਲੱਗਣ ਕਾਰਨ ਔਰਤ ਜ਼ਖਮੀ ਹੋਈ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਡਰਾਈਵਰ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਵੈਲੇ ਤੋਂ ਇੱਕ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਉਹਨਾਂ ਵੱਲੋਂ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਸ਼ਾਮ ਵੇਲੇ ਇੱਕ ਔਰਤ ਨੂੰ ਵਾਹਨ ਦੀ ਟੱਕਰ ਲੱਗੀ। ਸਰੀ RCMP ਦੇ ਦੱਸਣ ਮੁਤਾਬਕ ਘਟਨਾ ਨਾਲ ਜੁੜਿਆ ਹੋਇਆ ਸਸਪੈਕਟ ਮੌਕੇ ਵਾਲੀ ਥਾਂ ਦੇ ਉੱਪਰ ਨਹੀਂ ਰੁਕਿਆ ਤੇ ਉਸ ਨੂੰ ਆਖਰੀ ਵਾਰ ਓਲਡ ਯੇਲ ਰੋਡ ਵੱਲ ਜਾਂਦੇ ਹੋਏ ਵੇਖਿਆ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਜਿਹੜੀ ਰਾਹਗੀਰ ਔਰਤ ਨੂੰ ਸੱਟਾਂ ਆਈਆਂ ਨੇ ਉਸ ਨੂੰ ਲੋਕਲ ਹਸਪਤਾਲ ਭਰਤੀ ਕਰਵਾਇਆ ਗਿਆ। ਹੁਣ ਤੱਕ ਦੀ ਜਾਣਕਾਰੀ ਵਿੱਚ ਪੀੜਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਸਰੀ RCMP ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਵਧੇਰੇ ਜਾਂਚ ਕਰ ਰਹੇ ਨੇ ਤੇ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਇਸ ਘਟਨਾ ਬਾਰੇ ਪੁਲਿਸ ਅਧਿਕਾਰੀਆਂ ਨੂੰ 6045990502 ਜਾਂ ਫਿਰ ਈਮੇਲ ਦੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਪੁਲਿਸ ਅਧਿਕਾਰੀ ਇਸ ਬਾਰੇ ਸਮੇਂ-ਸਮੇਂ ਤੇ ਅਪਡੇਟ ਜਾਰੀ ਕਰ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਗਈ। ਦੋਹਾਂ ਨੇਤਾਵਾਂ ਵੱਲੋਂ ਆਪਸ ਦੇ ਵਿੱਚ ਕਈ ਮੁੱਦਿਆਂ ਦਾ ਜ਼ਿਕਰ ਕਰਦਿਆਂ ਵਿਚਾਰ ਚਰਚਾ ਕੀਤੀ ਗਈ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਹ ਗੱਲਬਾਤ ਸੋਸ਼ਲ ਮੀਡੀਆ ਉੱਪਰ ਵੀ ਸਾਂਝੀ ਕੀਤੀ ਗਈ। ਦੋਹਾਂ ਲੀਡਰਸ ਵੱਲੋਂ ਆਪਸ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ ਹੈ। ਦੋਹਾਂ ਨੇਤਾਵਾਂ ਦੇ ਵਿੱਚ ਕੀ ਰਹੀ ਗੱਲਬਾਤ, ਆਓ ਤੁਹਾਨੂੰ ਸੁਣਾਉਂਦੇ ਹਾਂ। More importantly, how are you? I hear there have been terrible strikes on energy infrastructure over the past few days, and things are very difficult. Yes, we are staying strong. I think that the most difficult situation on the battlefield, so we are supporting our soldiers, and we are jointly against the aggression of Russia. And I'm happy that we have regular dialogue. First of all, if I can, I want to thank you. Really, it's very important. Thank you sincerely for revoking sanctions, waiver for Siemens Nord Stream 1 turbines. Thank you so much, Justin. Well, you know how important that was, that we brought in that permit to call Russia's bluff, and they had to demonstrate that there was no intention of flowing gas to Europe, but they couldn't blame it on anyone else. But we were very glad to be able to lift that suspension of the sanctions, because Canada will always look for everything we can do to support you and to continue to stand strong with the people of Ukraine. Thank you so much. And Justin, about energy situation, we really need more urgent assistance to recover stable power generation and transformators and generators. I think our team gave to your team all the details, and we need different types of such equipment. And I know that the Ministry of Natural Resources of Canada is in close contact with our Ukrenergo. So I wanted to thank you for the decision to allocate $115 million Canadian dollars to restore our energy infrastructure
and count on your further support. Thank you again. ਜਿਮ ਕਾਰ ਦੇ ਫਿਊਨਰਲ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈ ਵੱਡੇ ਚਿਹਰੇ ਪਹੁੰਚੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਜਿਮ ਕਾਰ ਦੇ ਬਾਰੇ ਬੋਲਦੇ ਹੋਏ ਵੀ ਉਹ ਦਿਖਾਈ ਦਿੱਤੇ। ਜਿਮ ਕਾਰ ਦੇ ਫਿਊਨਰਲ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕਈ ਹੋਰ ਸਿਆਸੀ ਚਿਹਰੇ ਪਹੁੰਚੇ। ਪ੍ਰਧਾਨ ਮੰਤਰੀ ਵੱਲੋਂ ਜਿਮ ਕਾਰ ਵਾਸਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਦੱਸ ਦਈਏ ਕਿ ਕਾਰ ਦੀ ਹਾਲ ਹੀ ਵਿੱਚ ਮੌਤ ਹੋਈ। ਉਹਨਾਂ ਵੱਲੋਂ 71 ਸਾਲ ਦੀ ਉਮਰ ਵਿੱਚ ਦਮ ਤੋੜ ਦਿੱਤਾ ਗਿਆ। ਉਹ ਸਾਲ 2019 ਤੋਂ ਹੀ ਕਿਡਨੀ ਫੇਲੀਅਰ ਦੇ ਨਾਲ ਜੂਝ ਰਹੇ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਮ ਬਾਰੇ ਕੀ ਵਿਚਾਰ ਸਾਂਝੇ ਕੀਤੇ ਗਏ, ਆਓ ਤੁਹਾਨੂੰ ਸੁਣਾਉਂਦੇ ਹਾਂ। In the House of Commons this week, Parliament paid tribute to Jim. Across the aisle, from every party, members spoke of Jim's decency and his kindness. Marty Morantz, Jim's fellow Winnipegger from the Conservative Party, reflected on how insightful and thoughtful Jim always was. He talked about him as a bridge builder and a nation builder. Richard Cannings from the NDP said he was the best kind of politician, someone who truly believed in serving his community, his province, and his country. But all of you here today already knew this about Jim. For 7 years, you shared him with us in Parliament and with all Canadians. This week, we felt his absence deeply. While member after member spoke, a vase of white flowers occupied his front row desk in the House of Commons. Jim will be missed by our team. Jim believed in the work we were doing and dedicated himself to it until the very end. ਕੈਰੀ ਔਨ ਲਗੇਜ ਵਿੱਚ ਹਥਿਆਰ ਲੈ ਕੇ ਜਾਣ ਦਾ ਮਾਮਲਾ ਵਧਦਾ ਹੀ ਜਾ ਰਿਹਾ ਹੈ। ਕਈ ਅਜਿਹੇ ਬੈਗ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚ ਹਥਿਆਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸਿਕਿਉਰਿਟੀ ਚੈੱਕ ਪੁਆਇੰਟਸ ਦੇ ਉੱਪਰ ਇਸ ਬਾਰੇ ਪਤਾ ਚੱਲਿਆ। ਅਧਿਕਾਰੀਆਂ ਵੱਲੋਂ ਇਸ ਬਾਰੇ ਤਾਜ਼ਾ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਅੰਕੜਿਆਂ ਦੇ ਵਿੱਚ ਕਿੰਨਾ ਵਾਧਾ ਹੋ ਚੁੱਕਿਆ ਹੈ। ਕੈਰੀ ਔਨ ਲਗੇਜ ਵਿੱਚ ਹਥਿਆਰ ਲੈ ਕੇ ਜਾਣ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਨੇ। ਅਜਿਹਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਵੀ ਲੱਗ ਰਿਹਾ ਹੈ। ਹਾਲ ਹੀ ਵਿੱਚ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਆਪਣੇ ਬੈਗਸ ਵਿੱਚ ਲੋਕ ਹੁਣ ਹਥਿਆਰ ਲੈ ਕੇ ਜਾ ਰਹੇ ਨੇ, ਜਿਨ੍ਹਾਂ ਦਾ ਸਿਕਿਉਰਿਟੀ ਚੈੱਕ ਪੁਆਇੰਟਸ ਤੇ ਪਤਾ ਚੱਲ ਰਿਹਾ ਹੈ। TSC ਦੇ ਦੱਸਣ ਮੁਤਾਬਕ $14,950 ਤੱਕ ਦਾ ਜੁਰਮਾਨਾ ਲਗਾਇਆ ਜਾ ਚੁੱਕਿਆ ਹੈ, ਜਦਕਿ ਪਿਛਲੀ ਵਾਰ ਇਹ ਅੰਕੜਾ $13,910 ਦਾ ਸੀ। TSA ਅਧਿਕਾਰੀਆਂ ਦੇ ਦੱਸਣ ਮੁਤਾਬਕ ਇਸ ਸਾਲ ਹੁਣ ਤੱਕ ਬੈਗ ਵਿੱਚ ਹਥਿਆਰ ਲੈ ਕੇ ਜਾਣ ਦੇ ਮਾਮਲੇ 6,301 ਸਾਹਮਣੇ ਆ ਚੁੱਕੇ ਨੇ। ਸਾਲ 2021 ਵਿੱਚ ਇਹ ਗਿਣਤੀ 5,972 ਦੀ ਸੀ। ਪਹਿਲਾਂ ਦੇ ਮੁਕਾਬਲੇ ਇਸ ਵਿੱਚ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ 1,549 ਫਾਇਰ ਆਰਮ ਸਿਕਿਉਰਿਟੀ ਚੈੱਕ ਪੁਆਇੰਟਸ ਤੇ ਪਤਾ ਲੱਗ ਗਏ। ਹੁਣ ਇਹਨਾਂ ਅੰਕੜਿਆਂ ਦੇ ਵਿੱਚ ਵਾਧਾ ਦੇਖ ਕੇ ਮਾਹਰ ਵੀ ਜਨਤਾ ਦਾ ਪ੍ਰਗਟਾਵਾ ਕਰ ਰਹੇ ਨੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਰੋਕਣ ਸੰਬੰਧੀ ਸਖਤ ਕਦਮ ਚੁੱਕਣੇ ਚਾਹੀਦੇ ਨੇ। ਰਾਸ਼ਟਰਪਤੀ ਬਾਈਡਨ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਉਹ ਇੱਕ ਖਾਸ ਐਕਟ ਦੇ ਬਾਰੇ ਬੋਲੇ ਨੇ। ਕੀ ਕਹਿਣਾ ਹੈ ਰਾਸ਼ਟਰਪਤੀ ਬਾਈਡਨ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਪੈਕਟ ਐਕਟ ਬਾਰੇ ਰਾਸ਼ਟਰਪਤੀ ਜੋ ਬਾਈਡਨ ਬੋਲੇ ਨੇ ਤੇ ਉਹਨਾਂ ਵੱਲੋਂ ਇਸ ਬਾਰੇ ਕੁਝ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਰਾਸ਼ਟਰਪਤੀ ਨਾਲ ਕੁਝ ਵੈਟਰਨਸ ਵੀ ਮੌਜੂਦ ਸਨ। ਰਾਸ਼ਟਰਪਤੀ ਵੱਲੋਂ ਇਸ ਮੌਕੇ ਬੋਲਦਿਆਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। One of the last times I flew into Iraq, I went up in the cockpit and they fly me what's called a silver bullet when they fly the president, and there's a special container in the plane they stick in. And I went up with a group, and I was telling this to Bo's father-in-law and my grade school friend who's sitting right there, and he's taping it all, but he's going to use it against me, Ronnie Olivier. But and I said, how many is this your first deployment? Nobody raised their hand, and the crew was in there as well, the flight crew. And I said, how many second deployment? Nobody raised their hand. Third, 3. Fourth, 2. Fifth, 4. Doesn't happen very often. And these kids kept getting back up. 1%.
1% of them defends 99% of us. 1%. And I think that doesn't take a single thing away from the World War II veterans generation, but I want to tell you, it doesn't go noticed enough. How many of you who fought in Iraq and Afghanistan and all through these last wars we've had, how many of you mothers and wives and sons and daughters sat at that saw that empty chair at the birthday party? And the difference is, a lot of you, my generation, on December 7th, that we celebrated the bravery of all those who showed up. On the Finnegan side of the family, 4 brothers, every single one volunteered the very next day on Monday to join. ਸਕੂਲ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਸ਼ਿਕਾਗੋ ਦੇ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਕਿ ਸਕੂਲ ਦੇ ਬਾਹਰ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ 2 ਜਾਣਿਆਂ ਦੀ ਮੌਤ ਹੋ ਗਈ ਤੇ 2 ਜਾਣੇ ਜ਼ਖਮੀ ਦੱਸੇ ਗਏ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ, ਪਰ ਅਜੇ ਉਹਨਾਂ ਵੱਲੋਂ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਦੱਸਿਆ ਗਿਆ ਕਿ ਪੀੜਤ ਵਿਦਿਆਰਥੀ ਸਨ ਜਾਂ ਫਿਰ ਕੋਈ ਹੋਰ। ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਸਕੂਲ ਦੇ ਬਾਹਰ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਇਸ ਵਾਰ ਸ਼ਿਕਾਗੋ ਹਾਈ ਸਕੂਲ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿੱਥੇ 2 ਜਾਣਿਆਂ ਦੀ ਮੌਤ ਹੋ ਗਈ ਤੇ 2 ਜ਼ਖਮੀ ਦੱਸੇ ਜਾ ਰਹੇ ਨੇ। ਅਥਾਰਟੀਜ਼ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਸਕੂਲ ਦੇ ਬਾਹਰ ਦੁਪਹਿਰ ਵੇਲੇ ਗੋਲੀਆਂ ਚੱਲੀਆਂ ਨੇ। ਗੋਲੀ ਲੱਗਣ ਕਾਰਨ 2 ਜਾਣਿਆਂ ਦੀ ਜਾਨ ਚਲੀ ਗਈ ਤੇ 2 ਜਾਣੇ ਜ਼ਖਮੀ ਹੋਏ ਨੇ। ਸ਼ਿਕਾਗੋ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੀੜਤਾਂ ਦੀ ਉਮਰ ਜਾਂ ਫਿਰ ਉਹਨਾਂ ਦੀ ਪਹਿਚਾਣ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਪੀੜਤ ਸਕੂਲ ਦੇ ਵਿਦਿਆਰਥੀ ਨੇ ਜਾਂ ਫਿਰ ਕੋਈ ਹੋਰ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇੱਕ ਪੀੜਤ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਪਾਇਆ ਗਿਆ। 2 ਜਾਣੇ, ਜਿਨ੍ਹਾਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਸ਼ਾਮਲ ਨੇ, ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। 2 ਜਾਣਿਆਂ ਦਾ ਤਾਂ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਪਰ 2 ਜਾਣਿਆਂ ਦੀ ਜਾਨ ਚਲੀ ਗਈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਕੋਈ ਬਹੁਤੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਗੋਲੀਆਂ ਚਲਾਉਣ ਵਾਲੇ ਦੀ ਵੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਸਕੂਲ ਦੇ ਬਾਹਰ ਕਿਸ ਵੱਲੋਂ ਕਿਹੜੇ ਕਾਰਨ ਗੋਲੀਆਂ ਚਲਾਈਆਂ ਗਈਆਂ ਨੇ। ਇਸ ਬਾਰੇ ਵੀ ਉਹਨਾਂ ਵੱਲੋਂ ਕੋਈ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਉਹ ਇਸ ਘਟਨਾ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਅਗਲੀ ਅਪਡੇਟ ਉਹਨਾਂ ਵੱਲੋਂ ਜਾਰੀ ਕੀਤੀ ਜਾਵੇਗੀ। ਹੈਜ਼ਾ ਦੀ ਵੈਕਸੀਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦਾ ਵੱਡਾ ਬਿਆਨ ਸਾਹਮਣੇ ਆਇਆ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਹੈਜ਼ਾ ਦੀ ਵੈਕਸੀਨ ਦੀ ਘਾਟ ਹੈ। ਇਸ ਦਾ ਕਾਰਨ ਵੀ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ। ਹੈਜ਼ਾ ਦੀ ਵੈਕਸੀਨ ਨੂੰ ਲੈ ਕੇ WHO ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। WHO ਦੇ ਦੱਸਣ ਮੁਤਾਬਕ ਵੱਧ ਮੰਗ ਕਾਰਨ ਹੈਜ਼ਾ ਦੀ ਵੈਕਸੀਨ ਦੇ ਐਮਰਜੈਂਸੀ ਭੰਡਾਰ ਹੁਣ ਖਾਲੀ ਹੋ ਚੁੱਕੇ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਕਰੀਬ 30 ਦੇਸ਼ਾਂ ਵਿੱਚ ਹੈਜ਼ਾ ਫੈਲਣ ਦੇ ਮਾਮਲੇ ਸਾਹਮਣੇ ਆਏ। ਜੀ ਹਾਂ, ਦੁਨੀਆ ਦੇ ਕਈ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਹੈਜ਼ਾ ਦਾ ਫੈਲਾਅ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸਿਆ ਗਿਆ ਕਿ ਹੈਜ਼ਾ ਵੈਕਸੀਨਾਂ ਦੇ ਗਲੋਬਲ ਭੰਡਾਰ ਖਾਲੀ ਹਨ ਤੇ ਬੇਹੱਦ ਘੱਟ ਰਹੇ ਨੇ। ਇਸ ਸਾਲ 30 ਦੇਸ਼ਾਂ ਵਿੱਚ ਹੈਜ਼ਾ ਆਊਟਬ੍ਰੇਕ ਰਿਪੋਰਟ ਹੋਈਆਂ ਨੇ ਤੇ ਇਸ ਬਿਮਾਰੀ ਨਾਲ ਮੌਤਾਂ ਹੋਣ ਦੀ ਦਰ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ। ਇਸ ਸਾਲ ਆਮ ਨਾਲੋਂ 3 ਗੁਣਾ ਵਾਧਾ ਦੱਸਿਆ ਜਾ ਰਿਹਾ ਹੈ। WHO ਦੇ ਹੈਜ਼ਾ ਤੇ ਮਹਾਮਾਰੀ ਟੀਮ ਦੇ ਮੁਖੀ ਵੱਲੋਂ ਦੱਸਿਆ ਗਿਆ ਕਿ ਸਾਡੇ ਕੋਲ ਹੋਰ ਵੈਕਸੀਨ ਨਹੀਂ ਨੇ। ਵਧੇਰੇ ਦੇਸ਼ ਲਗਾਤਾਰ ਬੇਨਤੀ ਭੇਜ ਰਹੇ ਨੇ, ਜਿਸ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ। ਉਹ ਵੈਕਸੀਨ ਪ੍ਰੋਵੀਜ਼ਨ ਤੇ ਇੰਟਰਨੈਸ਼ਨਲ ਕੋਆਰਡੀਨੇਟਿੰਗ ਗਰੁੱਪ ਦੁਆਰਾ ਰੱਖੇ ਐਮਰਜੈਂਸੀ ਭੰਡਾਰ ਦਾ ਹਵਾਲਾ ਦੇ ਰਹੇ ਸਨ, ਜਿਸ ਦਾ ਪ੍ਰਬੰਧਨ WHO ਅਤੇ ਹੋਰ ਭਾਈਵਾਲਾਂ ਦੁਆਰਾ ਕੀਤਾ ਜਾਂਦਾ ਹੈ। ਆਮ ਤੌਰ ਤੇ ਇਸ ਵਿੱਚ 1 ਸਾਲ ਅੰਦਰ ਲਗਭਗ 36 ਮਿਲੀਅਨ ਡੋਜ਼ਸ ਉਪਲਬਧ ਹੁੰਦੀਆਂ ਨੇ। ਵੈਕਸੀਨ ਦੀ ਘਾਟ ਕਾਰਨ ਪਹਿਲਾਂ ਹੀ WHO ਨੂੰ ਅਕਤੂਬਰ ਵਿੱਚ ਮਿਆਰੀ 2 ਡੋਜ਼ ਵੈਕਸੀਨੇਸ਼ਨ ਰਣਨੀਤੀ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਦੀ ਕਮੀ ਦਾ ਇੱਕ ਵੱਡਾ ਕਾਰਨ ਹੈ ਭਾਰਤੀ ਨਿਰਮਾਤਾ ਦੁਆਰਾ ਬਗੈਰ ਕੋਈ ਵੇਰਵੇ ਦਿੱਤਿਆਂ ਆਪਣੇ ਨਿਰਯਾਤ ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ। ਬਾਰਬੋਜ਼ਾ ਨੇ ਕਿਹਾ ਕਿ ਇੱਕ ਦੱਖਣੀ ਅਫਰੀਕੀ ਨਿਰਮਾਤਾ ਉਤਪਾਦਨ ਕਰਨ ਦੀ ਯੋਜਨਾ ਬਣਾ ਰਹੇ ਨੇ, ਪਰ ਇਸ ਵਿੱਚ ਕੁਝ ਸਾਲ ਲੱਗ ਸਕਦੇ ਨੇ। ਉਹ ਕਹਿੰਦੇ ਨੇ ਕਿ ਸ਼ਾਇਦ ਹੈਜ਼ਾ ਦੀ ਵੈਕਸੀਨ ਬਣਾਉਣਾ, ਜੋ ਕਿ ਮੁੱਖ ਤੌਰ ਤੇ ਗਰੀਬ ਦੇਸ਼ਾਂ ਵਾਸਤੇ ਹਨ, ਕਾਰੋਬਾਰ ਦੇ ਪੱਖ ਤੋਂ ਕੋਵਿਡ ਵੈਕਸੀਨ ਬਣਾਉਣਾ ਜਿੰਨਾ ਲਾਹੇਵੰਦ ਨਹੀਂ ਹੈ। ਹੈਜ਼ਾ ਦੂਸ਼ਿਤ ਭੋਜਨ ਜਾਂ ਫਿਰ ਪਾਣੀ ਦੁਆਰਾ ਫੈਲਦਾ ਹੈ ਤੇ ਗੰਭੀਰ ਦਸਤ ਦਾ ਕਾਰਨ ਬਣ ਸਕਦਾ ਹੈ। ਬਹੁਤ ਸਾਰੇ ਲੋਕਾਂ ਵਿੱਚ ਹਲਕੇ ਲੱਛਣ ਹੁੰਦੇ ਨੇ, ਪਰ ਜੇ ਇਲਾਜ ਨਾ ਕੀਤਾ ਜਾਵੇ ਤਾਂ ਉਸ ਦੀ ਘੰਟਿਆਂ ਵਿੱਚ ਹੀ ਮੌਤ ਹੋ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ 21ਵੀਂ ਸਦੀ ਵਿੱਚ ਇਹ ਸਵੀਕਾਰ ਕਰਨਯੋਗ ਨਹੀਂ ਹੈ ਕਿ ਲੋਕ ਅਜਿਹੀ ਬਿਮਾਰੀ ਨਾਲ ਮਰ ਰਹੇ ਨੇ ਜਿਸ ਬਾਰੇ ਬਥੇਰੀ ਜਾਣਕਾਰੀ ਹੈ ਤੇ ਇਸ ਦਾ ਇਲਾਜ ਕਰਨਾ ਬਹੁਤ ਆਸਾਨ ਹੈ। ਮੌਂਕੀਪੌਕਸ ਵਾਇਰਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਮੌਂਕੀਪੌਕਸ ਵਾਇਰਸ ਦੇ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ। ਪਹਿਲਾਂ ਦੇ ਮੁਕਾਬਲੇ ਸਥਿਤੀ ਕਾਫੀ ਸੁਧਰ ਚੁੱਕੀ ਹੈ। ਅਮਰੀਕਾ ਵਿੱਚ ਇਸ ਸਮੇਂ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਕਾਫੀ ਹੱਦ ਤੱਕ ਘੱਟ ਦਰਜ ਕੀਤੇ ਜਾ ਰਹੇ ਨੇ। ਹੁਣ ਵੱਖ-ਵੱਖ ਸਟੇਟਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ ਕਿੰਨੇ ਇਨ੍ਹਾਂ ਸੂਬਿਆਂ ਵਿੱਚ ਕੁੱਲ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਡਿਸਟ੍ਰਿਕਟ ਆਫ ਕੋਲੰਬੀਆ 497, ਨਿਊਯਾਰਕ 3948, ਜਾਰਜੀਆ 1815, ਕੈਲੀਫੋਰਨੀਆ 5010, ਫਲੋਰੀਡਾ 2543, ਮੈਰੀਲੈਂਡ 662, इलिनॉइस 1315, नेवाडा 267, टेक्सास 2372, न्यू जर्सी 720, वाशिंगटन 600, रोड आइलैंड 74, एरिजोना 474, पेंसिल्वेनिया 773, मैसाचुसेट्स 402, पोर्टोरिको 183, वर्जीनिया 484, लुजियाना 254, नॉर्थ कैरोलिना 566, ऑरिगन 216, यूटा 161, कोलोराडो 278, टेनेसी 309, मिनीसोटा 202, इंडियाना 234, साउथ कैरोलिना 172, मिसिसिपी 87, मिशिगन 266, अलाबामा 130, हायो 281, हवाई 34, न्यू हैम्पशायर 30, न्यू मैक्सिको 42, अरकानसास 59, नेब्रास्का 30, विस्कॉन्सिन 76, केंटुकी 56, ओक्लाहोमा 43, नॉर्थ डकोटा 6, वायोमिंग 4, अलास्का 5, वेस्ट वर्जीनिया 12, मोंटाना 6, कैंसस 14, वेरमोंट 3, ਸਾਊਥ ਡਕੋਟਾ ਤੋਂ 2 ਮੌਂਕੀਪੌਕਸ ਵਾਇਰਸ ਦੇ ਹੁਣ ਤੱਕ ਮਾਮਲੇ ਦਰਜ ਕੀਤੇ ਜਾ ਰਹੇ ਨੇ। ਇਸ ਬਾਰੇ ਸੀਡੀਸੀ ਵੱਲੋਂ ਸਾਰੀ ਅਪਡੇਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬਜ਼ੁਰਗ ਜੋੜੇ ਦਾ ਕਤਲ, 3 ਪੰਜਾਬੀ ਗ੍ਰਿਫਤਾਰ, ਹੁਣ ਪੁਲਿਸ ਨੇ ਜਾਰੀ ਕੀਤੇ ਨਾਮ। 4 ਸੂਬਿਆਂ ਤੋਂ ਇਮੀਗ੍ਰੇਸ਼ਨ ਦੀ ਜਾਣਕਾਰੀ, ਉਮੀਦਵਾਰਾਂ ਨੂੰ ਮਿਲੇ ਸੱਦੇ। ਧੋਖਾਧੜੀ ਦੇ ਮਾਮਲੇ ਵਿੱਚ ਭਾਰਤੀ ਕਾਬੂ, $1 ਮਿਲੀਅਨ ਦੀ ਮਾਰੀ ਠੱਗੀ। ਔਰਤ ਨੂੰ ਲੱਗੀ ਵਾਹਨ ਦੀ ਟੱਕਰ, ਔਰਤ ਜ਼ਖਮੀ, ਟੱਕਰ ਮਾਰਨ ਵਾਲਾ ਹੋਇਆ ਫਰਾਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ। Thank you.